प्यारे विद्यार्थियों, इस ਸਮੈਸਟਰ ਦੇ ਵਿੱਚ ਪੰਜਾਬੀ ਵਾਰਤਕ ਦੇ ਵਿੱਚ ਆਪਾਂ ਜਿਹੜੀ ਕਿਤਾਬ ਸਭ ਤੋਂ ਪਹਿਲਾਂ ਪੜ੍ਹਨੀ ਸ਼ੁਰੂ ਕਰ ਰਹੇ ਹਾਂ ਉਹ ਕਰ ਰਹੇ ਹਾਂ ਵਾਰਤਕ ਸਿਧਾਂਤ। ਇਹ ਕਿਤਾਬ ਦੇ ਸੰਪਾਦਕ ਕੀਤੀ ਆ ਡਾਕਟਰ ਗੁਰਨੈਬ ਸਿੰਘ ਨੇ ਅਤੇ ਡਾਕਟਰ ਚਰਨਜੀਤ ਕੌਰ ਨੇ। ਇਸ ਵਿੱਚ ਵੱਖ-ਵੱਖ ਲੇਖ ਨੇ, ਉਹਨਾਂ ਵਿੱਚੋਂ ਅੱਧੇ ਲੇਖ ਆ ਜਿਹੜੇ ਪਹਿਲਾ ਭਾਗ ਆ ਉਹ ਤੁਸੀਂ ਇਸ ਸਮੈਸਟਰ ਦੇ ਵਿੱਚ ਪੜ੍ਹਨਾ ਅਤੇ ਅੱਧਾ ਜਿਹੜਾ ਭਾਗ ਆ ਦੂਸਰਾ ਭਾਗ ਆ ਜਿਹੜਾ ਉਹ ਦੂਸਰੇ ਸਮੈਸਟਰ 'ਚ ਪੜ੍ਹਨਾ ਹੈ। ਜਿਹੜੇ ਪਹਿਲੇ ਸਮੈਸਟਰ ਦੇ ਵਿੱਚ ਜਿਹੜਾ ਪਹਿਲਾ ਹੀ ਲੇਖ ਹੈਗਾ ਉਹ ਮਨਮੋਹਨ ਕੇਸਰ ਜੀ ਦਾ ਲਿਖਿਆ ਹੋਇਆ ਵਾਰਤਕ ਪਰਿਭਾਸ਼ਾ ਅਤੇ ਤੱਤ। ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਕਿ ਹੁਣ ਤੱਕ ਤੁਸੀਂ ਇਹ ਲੇਖ ਪੜ੍ਹ ਲਿਆ ਹੋਊਗਾ, ਤਾਂ ਇਸ ਲੇਖ ਦੇ ਬਾਰੇ ਅੱਜ ਆਪਾਂ ਵਿਚਾਰ ਕਰਨੀ ਹੈ। ਪਹਿਲੀ ਗੱਲ ਕਿ ਪੰਜਾਬੀ ਵਾਰਤਕ ਦੇ ਉੱਪਰ ਓਨਾ ਆਲੋਚਨਾਤਮਕ ਕੰਮ ਨਹੀਂ ਹੋਇਆ ਮਿਲਦਾ ਜਿੰਨਾ ਕੰਮ ਕਵਿਤਾ ਦੇ ਵਿੱਚ, ਨਾਵਲ ਦੇ ਵਿੱਚ, ਨਾਟਕ ਦੇ ਉੱਪਰ ਜਾਂ ਲੋਕਧਾਰਾ ਦੇ ਵਿੱਚ ਜਾਂ ਭਾਸ਼ਾ ਦੇ ਉੱਪਰ ਹੋਇਆ। ਪੰਜਾਬੀ ਵਾਰਤਕ ਉੱਪਰ ਬਹੁਤ ਘੱਟ ਕੰਮ ਹੋਇਆ। ਪਰ ਮਨਮੋਹਨ ਕੇਸਰ ਜੀ ਸਾਡੇ ਅਜਿਹੇ ਵਿਦਵਾਨ ਸਨ ਜਿਨ੍ਹਾਂ ਨੇ ਮੁੱਢਲੇ ਸਮੇਂ ਦੇ ਵਿੱਚ ਵਾਰਤਕ ਉੱਪਰ ਕੰਮ ਕੀਤਾ ਸੀ। ਮੁੱਢਲੇ ਸਮੇਂ ਦਾ ਕੰਮ ਆ, ਇਸ ਕਰਕੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਸ ਤੋਂ ਬਾਅਦ ਵਾਰਤਕ ਬਾਰੇ ਬਹੁਤ ਸਾਰਾ ਹੋਰ ਕੰਮ ਹੋਇਆ। ਵਾਰਤਕ ਬਾਰੇ ਅਸੀਂ ਵਧੇਰੇ ਸਪਸ਼ਟ ਹੋਏ ਹਾਂ, ਪਰ ਕੁਝ ਬੁਨਿਆਦੀ ਧਾਰਨਾਵਾਂ ਜਿਹੜੀਆਂ ਉਸ ਸਮੇਂ ਤੋਂ ਚੱਲੀਆਂ ਆ ਰਹੀਆਂ ਉਹਨਾਂ 'ਤੇ ਵਿਚਾਰ ਕਰਨੀ ਵੀ ਜ਼ਰੂਰੀ ਹੈਗੀ ਆ। ਤਾਂ ਸਭ ਤੋਂ ਪਹਿਲਾਂ ਜਿਸ ਮਸਲੇ ਦੇ ਉੱਪਰ ਆਪਾਂ ਗੱਲ ਕਰਨੀ ਆ ਕਿ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਵਾਰਤਕ ਹੈ ਕੀ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮੈਂ ਤੁਹਾਨੂੰ ਕਵਿਤਾ ਪੜ੍ਹਾਉਂਦਾ ਸੀ ਤਾਂ ਉਦੋਂ ਮੈਂ ਤੁਹਾਨੂੰ ਪੁੱਛਿਆ ਸੀ ਕਿ ਕਵਿਤਾ ਕੀ ਆ, ਤਾਂ ਤੁਸੀਂ ਉਸ ਸਮੇਂ ਆਖਿਆ ਸੀ ਕਿ ਕਵਿਤਾ ਅਤੇ ਵਾਰਤਕ ਨੂੰ ਅਸੀਂ ਨਿਖੇੜ ਸਕਦੇ ਹਾਂ। ਪਰ ਇਹ ਨਿਖੇੜ ਦਾ ਕਾਰਨ ਕੀ ਆ, ਕਿਸ ਆਧਾਰ 'ਤੇ ਅਸੀਂ ਨਿਖੇੜਦੇ ਹਾਂ? ਤਾਂ ਮੋਟੇ ਤੌਰ 'ਤੇ ਜਿਹੜਾ ਸਾਹਿਤ ਆ ਉਹਨੂੰ ਅਸੀਂ ਦੋ ਭਾਗਾਂ 'ਚ ਵੰਡਿਆ ਜਾਂਦਾ ਹੈਗਾ ਕਿ ਇੱਕ ਗਦ ਅਤੇ ਇੱਕ ਪਦ। ਜਿਹੜਾ ਪਦ ਆ ਉਹਦੇ ਵਿੱਚ ਛੰਦ ਮਹੱਤਵਪੂਰਨ ਸੀ, ਉਹ ਸਾਰੀ ਦੀ ਸਾਰੀ ਕਵਿਤਾ ਹੋਊਗੀ। ਅੱਜ ਭਾਵੇਂ ਛੰਦ ਮੁਕਤ ਕਵਿਤਾ ਵੀ ਲਿਖੀ ਜਾਂਦੀ ਆ, ਪਰ ਹੋਰ ਕਾਰਨਾਂ ਕਰਕੇ ਉਹ ਕਵਿਤਾ ਅਖਵਾਉਂਦੀ ਆ। ਦੂਸਰੇ ਪਾਸੇ ਜਿਸ ਨੂੰ ਅਸੀਂ ਵਾਰਤਕ ਕਹਿੰਦੇ ਆ ਉਹਦੇ ਵਿੱਚ ਛੰਦ ਨਹੀਂ ਆ ਅਤੇ ਉਹ ਵਾਰਤਕ ਆ। ਪਰ ਇਹ ਵਾਰਤਕ ਆ ਜਿਹੜੀ ਇਹਦਾ ਮੂਲ ਕਿੱਥੇ ਆ? ਤਾਂ ਵਾਰਤਕ ਦਾ ਜਿਹੜਾ ਮੂਲ ਆ ਉਹ ਸੰਸਕ੍ਰਿਤ ਦੇ ਵਿਰਿਤ ਧਾਤੂ ਦੇ ਵਿੱਚ ਆ ਅਤੇ ਵਿਰਿਤ ਦਾ ਜਿਹੜਾ ਹੈਗਾ ਉਹ ਵਾਰਤਾ ਨਾਲ ਜੁੜਦਾ ਹੈ ਅਤੇ ਵਾਰਤਾ ਜਿਹੜੀ ਉਹ ਵਿਆਖਿਆ ਨਾਲ ਜੁੜਦੀ ਆ। ਅਸਲ ਦੇ ਵਿੱਚ ਤਾਂ ਇਹ ਕਿ ਜਦੋਂ ਇਹ ਵਿਆਖਿਆ ਦੇ ਨਾਲ ਜੁੜਦੀ ਆ ਤਾਂ ਮੁੱਖ ਤੌਰ 'ਤੇ ਜਿਸ ਨੂੰ ਵਾਰਤਕ ਸਮਝਿਆ ਜਾਂਦਾ ਹੈ ਉਹਦਾ ਭਾਵ ਇਹ ਕਿ ਜੋ ਸੂਤਰਾਂ ਦੀ ਜਾਂ ਸੂਤਰਕ ਸ਼ੈਲੀ ਵਿੱਚ ਲਿਖੇ ਹੋਏ ਮੰਤਰਾਂ ਦੀ ਵਿਆਖਿਆ ਕਰੇ, ਉਸ ਨੂੰ ਵਿਸਤਾਰ ਦੇਵੇ। ਦੂਸਰਾ ਜਿਹੜਾ ਅਰਥ ਕਿਹਾ ਜਾਂਦਾ ਹੈ ਕਿ ਵਾਰਤਾ ਤੋਂ ਭਾਵ ਗੱਲਬਾਤ ਤੋਂ ਭਾਵ ਕਿ ਜਿਹੜੀ ਅਸੀਂ ਛੰਦ ਦੇ ਵਿੱਚ ਗੱਲ ਨਹੀਂ ਕਰਦੇ, ਜਿਹੜੀ ਵੈਸੇ ਅਸੀਂ ਗੱਲਬਾਤ ਕਰਦੇ ਹਾਂ ਉਹ ਸਾਰੀ ਵਾਰਤਾ ਹੈ। ਅਤੇ ਵਾਰਤਾ ਇੱਕ ਕਹਾਣੀ ਆ, ਵਾਰਤਾ ਕਹਾਣੀ ਵੀ ਆ, ਵਾਰਤਾ ਜਿਹੜੀ ਉਹ ਬਿਰਤਾਂਤ ਵੀ ਹੈ। ਪਰ ਸਾਡਾ ਜਿਹੜਾ ਸੰਬੰਧ ਹੈਗਾ ਵਾਰਤਕ, ਜਦੋਂ ਅਸੀਂ ਸ਼ਬਦ ਵਰਤਦੇ ਹਾਂ ਤਾਂ ਅਸੀਂ ਉਸ ਸਾਹਿਤ ਦੀ ਇੱਕ ਵੰਨਗੀ ਵਜੋਂ ਵਰਤਦੇ ਹਾਂ ਜਿਹੜੀ ਕਵਿਤਾ ਨਹੀਂ ਵਾਰਤਕ। ਤਾਂ ਉਸ ਵਾਰਤਕ ਨੂੰ ਵੀ ਹੁਣ ਦੋ ਭਾਗਾਂ ਵਿੱਚ ਵੰਡਿਆ ਜਾਂਦਾ। ਇੱਕ ਉਹ ਵਾਰਤਕ ਕਿ ਜਿਹੜੀ ਵਾਰਤਕ ਦੇ ਵਿੱਚ ਕਲਪਨਾ ਹੁੰਦੀ ਆ, ਜਿਹਦੇ ਵਿੱਚ ਕਹਾਣੀ ਹੁੰਦੀ ਆ, ਤਾਂ ਉਹਨੂੰ ਅਸੀਂ ਬਿਰਤਾਂਤ ਕਹਿ ਦਿੰਦੇ ਹਾਂ, ਜਾਂ ਉਹਨੂੰ ਅਸੀਂ ਗਲਪ ਕਹਿ ਦਿੰਦੇ ਹਾਂ, ਜਾਂ ਉਹਨੂੰ ਅਸੀਂ ਕਹਾਣੀ ਕਹਿ ਦਿੰਦੇ ਹਾਂ, ਜਾਂ ਨਾਵਲ ਕਹਿ ਦਿੰਦੇ ਹਾਂ। ਅਤੇ ਦੂਸਰਾ ਜੋ ਕੁਝ ਰਚਿਆ ਜਾਂਦਾ ਹੈ ਉਸ ਨੂੰ ਅਸੀਂ ਵਾਰਤਕ ਕਹਿ ਦਿੰਦੇ ਹਾਂ। ਹਾਲਾਂਕਿ ਨਾਟਕ ਇੱਕ ਵੱਖਰਾ ਰੂਪ ਵੀ ਇਹਦੇ ਵਿੱਚ ਬਣਦਾ ਹੈ, ਪਰ ਅਸੀਂ ਵਾਰਤਕ ਵਿੱਚ ਹੁਣ ਜੋ ਕੁਝ ਸ਼ਾਮਲ ਕਰਦੇ ਹਾਂ ਤਾਂ ਉਸ ਵਾਰਤਕ ਵਿੱਚ ਅਸੀਂ ਮੱਧਕਾਲੀ ਜੇ ਰਚਨਾਵਾਂ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਉਸ ਵਿੱਚ ਸ਼ਾਮਲ ਕਰਦੇ ਹਾਂ ਜਨਮ ਸਾਖੀਆਂ, ਸਾਖੀਆਂ, ਟੀਕੇ, ਗੋਸ਼ਟਾਂ, ਪਰਮਾਰਥ, ਅਥਾਣਕਾਵਾਂ ਔਰ ਇਸ ਤੋਂ ਇਲਾਵਾ ਬਹੁਤ ਕੁਝ ਆ ਜਿਹੜਾ ਵਾਰਤਕ ਮੱਧਕਾਲੀ ਵਾਰਤਕ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਜਦੋਂ ਅਸੀਂ ਆਧੁਨਿਕ ਵਾਰਤਕ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹਦੇ ਵਿੱਚ ਸ਼ਾਮਲ ਕਰਦੇ ਹਾਂ ਨਿਬੰਧ, ਲੇਖ, ਲਲਿਤ ਨਿਬੰਧ, ਰੇਖਾ ਚਿੱਤਰ, ਜੀਵਨੀਆਂ, ਸਵੈ ਜੀਵਨੀਆਂ, ਯਾਦਾਂ, ਡਾਇਰੀ,
ਅਤੇ ਇਸ ਤੋਂ ਇਲਾਵਾ ਵੀ ਕਾਫੀ ਕੁਝ ਸ਼ਾਮਲ ਕਰ ਲੈਂਦੇ ਹਾਂ। ਹੁਣ ਇਹ ਕਿ ਜਦੋਂ ਅਸੀਂ ਵਾਰਤਕ ਦਾ ਇਹ ਦਾਇਰਾ ਮਿਥ ਲਿਆ ਤਾਂ ਮੋਟੇ ਜਿਹੇ ਤੌਰ 'ਤੇ ਜਿਹੜੀ ਵਾਰਤਕ ਆ ਉਹਦਾ ਰੰਭ-ਆਮ ਕਰਕੇ ਪੁਰਾਣੇ ਜਿਹੜੇ ਲੇਖਕ ਆ ਉਹ ਇਹ ਮੰਨਦੇ ਰਹੇ ਕਿ ਪਹਿਲਾਂ ਸਾਹਿਤ ਦੇ ਵਿੱਚ ਕਵਿਤਾ ਪੈਦਾ ਹੁੰਦੀ ਆ, ਵਾਰਤਕ ਬਾਅਦ ਦੇ ਵਿੱਚ ਹੋਂਦ 'ਚ ਆਉਂਦੀ ਆ। ਕਵਿਤਾ ਜਿਹੜੀ ਉਹਨੂੰ ਭਾਵਕਤਾ ਨਾਲ ਜੋੜਿਆ ਜਾਂਦਾ, ਵਾਰਤਕ ਆ ਜਿਹੜੀ ਉਹਨੂੰ ਜੋੜਿਆ ਜਾਂਦਾ ਹੈ ਕਿ ਵਾਰਤਕ ਬੁਨਿਆਦੀ ਤੌਰ 'ਤੇ ਬੌਧਿਕ ਯੁੱਗ ਦੀ ਉਤਪਤੀ ਹੈ। ਅਸਲ ਦੇ ਵਿੱਚ ਤਾਂ ਇਹ ਕਿ ਮਨੁੱਖ ਨੇ ਸ਼ਾਇਦ ਕਵਿਤਾ ਲਿਖਣੀ ਜਾਂ ਗਾਉਣਾ ਬਾਅਦ 'ਚ ਸ਼ੁਰੂ ਕੀਤਾ ਹੋਵੇ, ਗੱਲਬਾਤ ਕਰਨੀ ਪਹਿਲਾਂ ਸ਼ੁਰੂ ਕੀਤੀ ਹੋਵੇ। ਭਾਸ਼ਾ ਦਾ ਮੁੱਢਲਾ ਰੂਪ ਹੋ ਸਕਦਾ ਗੱਲਬਾਤ ਹੀ ਹੋਵੇ। ਪਰ ਜਦੋਂ ਅਸੀਂ ਸਾਹਿਤਕ ਵਾਰਤਕ ਦੀ ਗੱਲ ਕਰਦੇ ਹਾਂ, ਜਿਸ ਵਾਰਤਕ ਨੂੰ ਅਸੀਂ ਅੱਜ ਵਾਰਤਕ ਸਮਝਦੇ ਹਾਂ, ਇਹਦੀ ਗੱਲ ਕਰਦੇ ਹਾਂ, ਇਹ ਤਾਂ ਉਨੀ ਦੇਰ ਸੰਭਵ ਹੀ ਨਹੀਂ ਸੀ ਕਿ ਜਿੰਨੀ ਦੇਰ ਲਿਪੀ ਦੀ ਕਾਢ ਨਹੀਂ ਆਈ ਸੀ। ਕਿਉਂਕਿ ਕਵਿਤਾ ਤਾਂ ਯਾਦ ਕਰਨ ਦੇ ਲਈ ਉਹਦੇ ਵਿੱਚ ਛੰਦ ਹੁੰਦਾ ਅਤੇ ਯਾਦ ਕਰਨ ਲਈ ਉਹਦੇ ਵਿੱਚ ਤਕਾਂਤ ਮੇਲ ਕੀਤੀ ਜਾਂਦੀ ਹੈ। ਤਕਾਂਤ ਤੋਂ ਤੁਹਾਨੂੰ ਗੱਲ ਯਾਦ ਆਈ ਜਾਂਦੀ ਹੈ ਅਤੇ ਕਵਿਤਾ ਸਾਹਿਤ ਦਾ ਪਹਿਲਾ ਰੂਪ ਹੋਵੇਗੀ। ਪਰ ਵਾਰਤਕ ਆ ਜਿਹੜੀ ਉਹ ਬਾਅਦ ਦੇ ਵਿੱਚ ਆਉਂਦੀ ਹੈ, ਜਦੋਂ ਲਿਪੀ ਹੋਣ ਦੇ ਵਿੱਚ ਆਉਂਦੀ ਹੈ। ਵਾਰਤਕ ਦੇ ਨੇੜੇ ਤੇੜੇ ਦੀ ਇੱਕ ਚੀਜ਼ ਜ਼ਰੂਰ ਮੌਜੂਦ ਸੀਗੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਭਾਸ਼ਣ ਕਲਾ। ਇਹ ਭਾਸ਼ਣ ਕਲਾ ਜਿਹੜੀ ਉਹ ਬਹੁਤ ਜ਼ਿਆਦਾ ਸਿਖਾਈ ਜਾਂਦੀ ਸੀਗੀ, ਖਾਸ ਕਰਕੇ ਜਿਹਨੂੰ ਕਹਿ ਸਕਦੇ ਹਾਂ ਕਿ ਪੱਛਮੀ ਪਰੰਪਰਾ ਦੇ ਵਿੱਚ ਵੀ, ਖਾਸ ਕਰਕੇ ਗਰੀਸ ਦੇ ਵਿੱਚ ਇਸ ਗੱਲ ਦੀ ਇਹ ਇੱਕ ਭਾਸ਼ਣ ਕਲਾ ਵਜੋਂ ਪ੍ਰਚਲਿਤ ਸੀਗਾ। ਅਤੇ ਜਿਹੜੀਆਂ ਯੂਨਾਨੀ ਅਤੇ ਰੋਮਨ ਸੱਭਿਅਤਾਵਾਂ ਨੇ ਉਹਨਾਂ ਵਿੱਚ ਜਿਹੜਾ ਭਾਸ਼ਣ ਕਲਾ ਅਤੇ ਸੰਵਾਦ ਕਲਾ ਹੈ, ਜਿਹੜੀ ਭਾਸ਼ਣ ਕਲਾ ਅਤੇ ਜਿਹੜੀ ਸੰਵਾਦ ਕਲਾ ਹੈ, ਉਹ ਇੱਕ ਵਿਸ਼ੇ ਵਜੋਂ ਅਕੈਡਮੀਆਂ ਦੇ ਵਿੱਚ ਇੱਕ ਵਿਸ਼ੇ ਵਜੋਂ ਪੜ੍ਹਾਈ ਵੀ ਜਾਂਦੀ ਸੀ। ਇਹਦੇ ਵਿੱਚ ਲੋਕ ਪ੍ਰਵੀਨ ਹੁੰਦੇ ਸੀ। ਭਾਰਤੀ ਜਿਹੜੀ ਵਿਧੀ ਆ ਇਹਦੇ ਵਿੱਚ ਜ਼ਿਆਦਾ ਜਿਹੜੀ ਹੈਗੀ ਆ ਉਹ ਟੀਕਾ ਹੈਗਾ। ਟੀਕਾ ਵਿਆਖਿਆ ਕਰਨੀ ਕਿ ਕਿਸੇ ਗੁੰਝਲਦਾਰ ਸੂਤਰਕ ਸ਼ੈਲੀ ਵਿੱਚ ਲਿਖੇ ਮੰਤਰ ਜਾਂ ਛੰਦ ਜਾਂ ਕਵਿਤਾ ਦੀ ਵਿਆਖਿਆ ਕਰਨੀ, ਅਤੇ ਮੁੱਢਲੀ ਜਿਹੜੀ ਸਾਡੀ ਵਾਰਤਕ ਆ ਉਹ ਵਿਆਖਿਆ ਦੇ ਵਿੱਚੋਂ ਹੋਂਦ ਵਿੱਚ ਆਉਂਦੀ ਹੈ। ਬਾਅਦ ਦੇ ਵਿੱਚ ਉਸੇ 'ਚੋਂ ਹੀ ਖਾਸ ਕਰਕੇ ਜਿਹੜੀ ਜੇ ਅਸੀਂ ਪੰਜਾਬੀ ਦੀ ਮੱਧਕਾਲੀ ਕਵਿਤਾ ਦੇ ਉੱਤੇ ਨਜ਼ਰ ਮਾਰ ਗਏ ਤਾਂ ਉਹਦੇ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਨੂੰ ਜਿਹੜਾ ਰਚਿਆ ਗਿਆ ਹੈ ਉਹ ਜਨਮ ਸਾਖੀਆਂ ਦੇ ਰੂਪ ਵਿੱਚ, ਨਾਲ ਦੀ ਨਾਲ ਹੀ ਉਹਦੇ ਵਿੱਚ ਕੀ ਕੀਤਾ ਗਿਆ ਕਿ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਵੀ ਕੀਤੀ ਗਈ ਆ, ਟੀਕਾ ਵੀ ਕੀਤਾ ਗਿਆ, ਗੋਸ਼ਟ ਵੀ ਕੀਤੇ ਗਏ ਆ, ਪਰਮਾਰਥ ਵੀ ਲਿਖੇ ਗਏ ਆ, ਔਰ ਥਾਨਕਾਵਾਂ ਵੀ ਲਿਖੀਆਂ ਗਈਆਂ ਕਿ ਉਹ ਕਦੋਂ ਕੋਈ ਜਿਹੜਾ ਸ਼ਬਦ ਆ ਕਿਹਦੇ ਪਰਥਾਏ ਕਦੋਂ ਬੋਲਿਆ ਗਿਆ, ਅਜਿਹੀਆਂ ਚੀਜ਼ਾਂ ਵੀ ਹੋਂਦ ਵਿੱਚ ਆਈਆਂ। ਹੁਣ ਜਦੋਂ ਅਸੀਂ ਵਾਰਤਕ ਨੂੰ ਸਿਧਾਂਤਕ ਤੌਰ 'ਤੇ ਸਮਝਣਾ ਹੈ ਤਾਂ ਪਰਿਭਾਸ਼ਾ ਤੋਂ ਬਾਅਦ ਸਾਡੇ ਸਾਹਮਣੇ ਮਸਲਾ ਆਉਂਦਾ ਹੈਗਾ ਕਿ ਇਹਦੇ ਜ਼ਰੂਰੀ ਤੱਤ ਕਿਹੜੇ ਨੇ, ਇਹਦੇ ਜ਼ਰੂਰੀ ਤੱਤ ਕੀ ਬਣਦੇ ਆ, ਇਹਦੇ ਲੱਛਣ ਕੀ ਹੈ। ਤਾਂ ਪਹਿਲਾਂ ਜਿਹੜੀ ਗੱਲ ਕਿਹਾ ਜਾਂਦਾ ਹੈ ਉਹ ਕਿਹਾ ਜਾਂਦਾ ਬੌਧਿਕਤਾ। ਇਹ ਸਮਝਿਆ ਜਾਂਦਾ ਹੈ ਕਿ ਜਿਹੜੀ ਬੌਧਿਕਤਾ ਹੈ, ਜਿਹੜਾ ਗਿਆਨ ਆ, ਜਿਹੜਾ ਤਰਕ ਆ, ਜਿਹੜੀ ਦਲੀਲ ਆ, ਉਹ ਵਾਰਤਕ ਨੂੰ ਸਿਰਜਦੀ ਆ, ਵਾਰਤਕ ਦੀ ਮੂਲ ਚੂਲ ਆ। ਹੁਣ ਇਹ ਤਾਂ ਨਹੀਂ ਹੁੰਦਾ ਕਿ ਕਵਿਤਾ ਦੇ ਵਿੱਚ ਬੌਧਿਕਤਾ ਨਹੀਂ ਹੁੰਦੀ, ਪਰ ਅਨੁਪਾਤ ਦਾ ਫਰਕ ਆ ਕਿ ਕਵਿਤਾ ਵਿੱਚ ਭਾਵਕਤਾ ਦਾ, ਕਲਪਨਾ ਦੀ ਅਨੁਪਾਤ ਜ਼ਿਆਦਾ ਹੁੰਦੀ ਆ, ਪਰ ਵਾਰਤਕ ਦੇ ਵਿੱਚ ਬੌਧਿਕਤਾ, ਗਿਆਨ, ਤਰਕ ਦੇ ਉੱਪਰ ਜ਼ੋਰ ਜ਼ਿਆਦਾ ਹੁੰਦਾ। ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਜਿਹੜੀ ਵਾਰਤਕ ਆ ਉਹ ਕਿਤੇ ਭਾਵਕਤਾ ਤੋਂ ਪੂਰੀ ਤਰ੍ਹਾਂ ਮੁਕਤ ਹੁੰਦੀ ਆ। ਜਿਵੇਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਸਿਰਫ ਅਨੁਪਾਤ ਦਾ ਫਰਕ ਹੁੰਦਾ ਹੈ ਕਿ ਅਨੁਪਾਤ ਇਹਦਾ ਜ਼ਰੂਰ ਘੱਟ ਹੁੰਦਾ। ਪਰ ਜੇ ਤੁਸੀਂ ਪੁਰਾਤਨ ਜਨਮ ਸਾਖੀ ਅੱਗੇ ਜਾ ਕੇ ਪੜ੍ਹੋਗੇ, ਜਦੋਂ ਪੁਰਾਤਨ ਜਨਮ ਸਾਖੀ ਦੇ ਵਿੱਚ ਉਹ ਦ੍ਰਿਸ਼ ਆਉਂਦੇ ਨੇ ਕਿ ਜਦੋਂ ਨਾਨਕ ਪਾਤਸ਼ਾਹ ਉਦਾਸੀਆਂ ਲਈ ਜਾਂਦੇ ਨੇ, ਜਦੋਂ ਕੋਈ ਮੁਸੀਬਤ ਆਉਂਦੀ ਆ ਮਰਦਾਨੇ 'ਤੇ, ਤਾਂ ਤੁਸੀਂ ਵੇਖੋਗੇ ਕਿ ਜਨਮ ਸਾਖੀਆਂ ਦੇ ਵਿੱਚ ਬਹੁਤ ਭਾਵਕ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈਗਾ। ਇਹ ਨਹੀਂ ਕਿ ਭਾਵਕਤਾ ਉੱਥੇ ਹੁੰਦੀ ਨਹੀਂ ਵੀ ਵਾਰਤਕ ਦੇ ਵਿੱਚ, ਪਰ ਜਿਹੜੀ ਜ਼ਿਆਦਾ ਕਲਪਨਾ ਦੇ ਆਧਾਰ 'ਤੇ ਹੋ ਜੇ ਅਤੇ ਜ਼ਿਆਦਾ ਜਿਹੜੀ ਭਾਵਕ ਹੋ ਜੇ, ਉਹਨੂੰ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਹ ਗਲਪ ਦੀ ਸ਼੍ਰੇਣੀ ਵਿੱਚ ਚਲੀ ਜਾਂਦੀ ਹੈ, ਫਿਕਸ਼ਨ ਦੀ ਸ਼੍ਰੇਣੀ 'ਚ ਚਲੀ ਜਾਂਦੀ ਆ। ਸ਼ੁੱਧ ਜਿਹੜੀ ਵਾਰਤਕ ਹੈਗੀ ਆ ਉਹਦੀ ਸ਼੍ਰੇਣੀ ਵਿੱਚੋਂ ਨਿਕਲ ਜਾਂਦੀ ਹੈ। ਤੀਸਰੀ ਜਿਹੜੀ ਮਹੱਤਵਪੂਰਨ ਗੱਲ ਆ
ਕਿ ਜਦੋਂ ਵੀ ਵਾਰਤਕ ਹੋਂਦ ਚਾਹੁੰਦੀ ਆ ਭਾਸ਼ਾ ਰਾਹੀਂ ਹੋਂਦ ਚਾਹੁੰਦੀ ਆ ਅਤੇ ਭਾਸ਼ਾ ਦੇ ਵਿੱਚ ਜਿਹੜੀ ਮਹੱਤਵਪੂਰਨ ਗੱਲ ਆ ਕਿ ਉਹਦੀ ਸ਼ਬਦ ਚੋਣ ਕਿਸ ਕਿਸਮ ਦੀ ਆ, ਉਹਦੀ ਸ਼ਬਦ ਜੜਤ ਕਿਸ ਕਿਸਮ ਦੀ ਆ, ਉਹਦੀ ਸ਼ਬਦ ਜੜਨ ਦੀ ਵਿਉਂਤ ਕੀ ਆ, ਜਿਹਦੇ ਨਾਲ ਉਹਦੀ ਸ਼ੈਲੀ ਬਣਦੀ ਆ, ਜਿਹਦੇ ਨਾਲ ਉਹਦੀ ਮੁੱਖ ਤੌਰ 'ਤੇ ਸ਼ੈਲੀ ਬਣਦੀ ਆ ਕਿ ਉਹ ਸ਼ਬਦਾਂ ਨੂੰ ਜੜਦਾ ਕਿਵੇਂ ਆ। ਸ਼ਬਦਾਂ ਨੂੰ ਚੁਣਨਾ, ਸ਼ਬਦਾਂ ਨੂੰ ਬੀੜਨਾ ਕਵਿਤਾ ਦੇ ਵਿੱਚ ਵੀ ਮਹੱਤਵਪੂਰਨ ਹੁੰਦਾ ਹੈ, ਪਰ ਵਾਰਤਕ ਵਿੱਚ ਇਸ ਕਰਕੇ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਕਿ ਵਿਆਕਰਣਕ ਤੌਰ 'ਤੇ ਉਹ ਹੀ ਰਚਨਾ ਸਫਲ ਮੰਨੀ ਜਾਂਦੀ ਆ ਕਿ ਜਿਹੜੀ ਬੜੀ ਹੀ ਵਿਆਕਰਣਕ ਨਿਯਮਾਂ ਦੀ ਪਾਲਣਾ ਕਰਦੀ ਹੋਵੇ, ਠੀਕ ਥਾਂ 'ਤੇ ਵਿਸ਼ਰਾਮ ਚਿੰਨ੍ਹ ਲਾਏ ਹੋਣ ਅਤੇ ਉਸ ਤੋਂ ਅੱਗੇ ਉਹਦੀ ਠੀਕ ਪਹਿਰਾ ਵੰਡ ਕੀਤੀ ਹੋਵੇ। ਅਤੇ ਪਹਿਰਾ ਵੰਡ ਕਿਸ ਤਰ੍ਹਾਂ ਕਰਨੀ ਆ, ਆਮ ਜਿਹੜੀ ਸਾਡੀ ਉਦਾਹਰਨ ਹੁੰਦੀ ਆ ਕਿ ਜਿੱਥੇ ਨਵਾਂ ਵਿਚਾਰ ਬਦਲ ਜੇ ਉੱਥੇ ਜਿਹੜਾ ਪਹਿਰਾ ਵੀ ਬਦਲ ਦੇਣਾ ਚਾਹੀਦਾ ਜਾਂ ਬਦਲ ਜਾਣਾ ਚਾਹੀਦਾ, ਇਹ ਗੱਲ ਕਹੀ ਜਾਂਦੀ ਹੈ। ਇਸ ਤੋਂ ਜਿਹੜਾ ਅਗਲਾ ਤੱਤ ਹੈਗਾ ਜਿਹਦੇ ਨਾਲ ਅਸਲ 'ਚ ਇਸ ਸ਼ੈਲੀ ਦਾ ਨਿਰਮਾਣ ਹੁੰਦਾ, ਮਨਮੋਹਨ ਕੇਸਰ ਅਨੁਸਾਰ ਉਹ ਹੈਗਾ ਨਿਜਤਵ ਦਾ, ਇੰਡੀਵਿਜੂਅਲ, ਕਿ ਬੰਦਾ ਭਾਵਾਂ ਬਾਹਰਮੁਖੀ ਗਿਆਨ ਦੀ ਗੱਲ ਵਧੇਰੇ ਕਰਦਾ ਵਾਰਤਕ ਦੇ ਵਿੱਚ, ਪਰ ਕਰਦਾ ਉਹ ਆਪਣੇ ਵਿਅਕਤੀਗਤ ਅਨੁਭਵਾਂ ਨਾਲ ਜੋੜ ਕੇ ਹੀ ਆ। ਅਤੇ ਮੈਂ ਇੱਥੇ ਵਿਦਿਆਰਥੀਆਂ ਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਇਸ ਸਮੇਂ ਅਸੀਂ ਵਾਰਤਕ ਦੇ ਦੋ ਰੂਪ ਮੰਨਦੇ ਹਾਂ। ਜਿਹੜੀ ਸਾਹਿਤਕ ਵਾਰਤਕ ਆ, ਇੱਕ ਵਾਰਤਕ ਆ ਜਿਹੜੀ ਵਸਤੂਨਿਸ਼ਟ ਵਾਰਤਕ ਆ, ਖਾਸ ਕਰਕੇ ਜਿਹਦੇ ਵਿੱਚ ਲੇਖ ਅਤੇ ਨਿਬੰਧ ਅਤੇ ਖੋਜ ਪ੍ਰਬੰਧ ਆ ਜਾਂਦੇ ਆ। ਅਤੇ ਦੂਸਰੇ ਪਾਸੇ ਜਿਹੜੀ ਵਾਰਤਕ ਆ ਉਹਨੂੰ ਅਸੀਂ ਕਹਿੰਦੇ ਹਾਂ ਨਿੱਜ ਮੁੱਖ ਜਾਂ ਨਿੱਜ ਪਰਕ ਜਾਂ ਨਿੱਜ ਨਾਲ ਸੰਬੰਧਿਤ। ਉਹਦੇ 'ਚ ਜੀਵਨੀ ਆ ਜਾਂਦੀ ਹੈ ਕਿਉਂਕਿ ਉਹ ਵਿਅਕਤੀ ਦੀ ਜੀਵਨੀ ਆ ਅਤੇ ਵਿਅਕਤੀ ਵੱਲੋਂ ਲਿਖੀ ਗਈ ਆ। ਸਵੈ ਜੀਵਨੀ ਵਿੱਚ ਵਿਅਕਤੀ ਆਪਣੇ ਅਨੁਭਵ ਦਰਜ ਕਰਦਾ ਹੈ। ਇਸੇ ਤਰ੍ਹਾਂ ਹੀ ਰੇਖਾ ਚਿੱਤਰ, ਬੰਦਾ ਕਿ ਕਿਸੇ ਵਿਅਕਤੀ ਨਾਲ ਕੀ ਸੰਬੰਧ ਆ, ਉਹ ਰੇਖਾ ਚਿੱਤਰ ਜਾਂ ਜਿਹਨੂੰ ਸ਼ਬਦ ਚਿੱਤਰ ਕਹਿੰਦੇ ਆ, ਸ਼ਬਦ ਚਿੱਤਰ, ਪੈਨ ਸਕੈਚ, ਸ਼ਬਦ ਚਿੱਤਰਾਂ ਦੇ ਵਿੱਚ ਉਹ ਵਿਅਕਤੀ ਦਾ ਸੁਭਾਅ ਦੱਸਦਾ। ਤਾਂ ਉਹ ਨਿੱਜਤਾ ਵਾ ਜਿਹੜਾ ਆ ਜਾਂਦਾ, ਚਾਹੇ ਉਹ ਸਫ਼ਰਨਾਮਾ ਹੋਵੇ, ਚਾਹੇ ਡਾਇਰੀ ਤਾਂ ਬਹੁਤ ਹੀ ਨਿੱਜੀ ਚੀਜ਼ ਹੈਗੀ ਹੈ, ਕਿ ਡਾਇਰੀ ਤਾਂ ਵਿਅਕਤੀਗਤ ਚੀਜ਼ ਹੈਗੀ ਹੈ। ਇਹ ਜਿਹੜੇ ਰੂਪ ਨੇ, ਇਹ ਜਿਹੜੇ ਵਾਰਤਕ ਦੇ ਰੂਪ ਨੇ, ਇਹਨਾਂ ਰੂਪਾਂ ਦੇ ਨਾਲ ਇੱਕ ਵਸਤੂ ਮੁੱਖ ਅਤੇ ਇੱਕ ਕਿਹਾ ਜਾ ਸਕਦਾ ਨਿੱਜ ਪਰਕ ਬਣ ਜਾਂਦੀ ਆ। ਪਰ ਮਨਮੋਹਨ ਕੇਸਰ ਜੀ ਕਹਿੰਦੇ ਕਿ ਨਿੱਜਤਵ ਦੀ ਜਿਹੜੀ ਛਾਪ ਆ ਉਹ ਬੜੀ ਮਹੱਤਵਪੂਰਨ ਹੁੰਦੀ ਆ, ਉਹਦੇ ਨਾਲ ਵਾਰਤਕ ਹੋਂਦ 'ਚ ਆਉਂਦੀ ਆ। ਤਾਂ ਮਨਮੋਹਨ ਕੇਸਰ ਅਨੁਸਾਰ ਵਾਰਤਕ ਦੇ ਜਿਹੜੇ ਲੱਛਣ ਨੇ ਜਾਂ ਉਹਦੇ ਜਿਹੜੇ ਮੂਲ ਤੱਤ ਨੇ, ਉਹ ਇੱਕ ਤਾਂ ਬੌਧਿਕਤਾ ਹੋ ਗਈ, ਦੂਸਰਾ ਜਿਹੜਾ ਤੱਤ ਹੈਗਾ ਉਹ ਉਹਦੀ ਭਾਵਕਤਾ ਹੋ ਗਈ ਜਿਹਦੇ ਨਾਲ ਕਲਪਨਾ ਜੁੜ ਜਾਂਦੀ ਹੈ। ਅਗਲਾ ਜਿਹੜਾ ਤੱਤ ਹੈਗਾ ਉਹਦੀ ਸ਼ਬਦ ਜੋੜ, ਸ਼ਬਦ ਚੋਣ, ਸ਼ਬਦ ਵਿਉਂਤ ਹੋ ਗਈ। ਅਤੇ ਅਗਲਾ ਤੱਤ ਆ ਜਿਹੜਾ ਉਹਦਾ ਵਿਅਕਤਿਤਵ ਹੋ ਗਿਆ, ਉਹਦਾ ਨਿਜਤਵ ਹੋ ਗਿਆ ਕਿ ਉਹਨੇ ਉਹ ਕਿਸ ਤਰ੍ਹਾਂ ਪੇਸ਼ ਕੀਤਾ। ਹੁਣ ਅਗਲੀ ਗੱਲ ਕਿ ਵਾਰਤਕ ਦਾ ਅਸੀਂ ਵਰਗੀਕਰਨ ਕਿਵੇਂ ਕਰੀਏ। ਤਾਂ ਵਰਗੀਕਰਨ ਕਰਨ ਦੇ ਬਹੁਤ ਢੰਗ ਨੇ। ਜਿਹੜਾ ਇਸ ਲੇਖ ਵਿੱਚ ਵਰਗੀਕਰਨ ਕੀਤਾ ਹੈ, ਤਾਂ ਵਰਗੀਕਰਨ ਕਰਦਿਆਂ ਮਨਮੋਹਨ ਕੇਸਰ ਨੇ ਕਿਹਾ ਕਿ ਅਸੀਂ ਇਹਨੂੰ ਵਿਸ਼ੇ ਅਨੁਸਾਰ ਵੀ ਵੰਡ ਸਕਦੇ ਹਾਂ, ਵਿਸ਼ਿਆਂ ਤੋਂ ਇਲਾਵਾ ਇਹਨੂੰ ਪੇਸ਼ਕਾਰੀ ਦੇ ਅਨੁਸਾਰ ਵੀ ਵੰਡ ਸਕਦੇ ਹਾਂ ਅਤੇ ਆਦੇਸ਼ ਅਨੁਸਾਰ ਵੀ ਵੰਡ ਸਕਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਨੇ ਵਿਸ਼ਿਆਂ ਅਨੁਸਾਰ ਵੰਡਿਆ। ਉਹਨਾਂ ਨੇ ਕਿਹਾ ਗਿਆਨਮਈ ਵਾਰਤਕ ਜਾਂ ਗਿਆਤ ਵਾਰਤਕ। ਗਿਆਨਮਈ ਵਾਰਤਕ ਕਿਹੜੀ, ਕਿ ਉਹ ਵਾਰਤਕ ਜਿਹੜੀ ਸਾਨੂੰ ਗਿਆਨ ਦੇਵੇ, ਸਿੱਧੀ ਸਾਦਾ ਸਾਨੂੰ ਗਿਆਨ ਦੇਵੇ, ਕਿਸੇ ਵੀ ਚੀਜ਼ ਬਾਰੇ ਗਿਆਨ ਦੇਵੇ। ਕੋਈ ਬੰਦਾ ਲੇਖ ਲਿਖਦਾ, ਕਾਹਦੇ ਬਾਰੇ ਲੇਖ ਲਿਖਦਾ, ਉਹ ਗੁਰੂ ਨਾਨਕ ਦੇਵ ਜੀ ਬਾਰੇ ਮੰਨ ਲਓ ਲੇਖ ਲਿਖਦਾ, ਤਾਂ ਉਹ ਸਾਨੂੰ ਗਿਆਨ ਦਿੰਦਾ ਹੈਗਾ, ਸਾਨੂੰ ਉਹ ਗਿਆਨ ਦਿੰਦਾ। ਮੰਨ ਲਓ ਕੋਈ ਬੰਦਾ ਭਾਫ ਇੰਜਨ 'ਤੇ ਲੇਖ ਲਿਖਦਾ, ਤਾਂ ਭਾਫ ਇੰਜਨ ਬਾਰੇ ਗਿਆਨ ਦਿੰਦਾ ਅਤੇ ਗਿਆਨ। ਦੂਸਰਾ ਜਿਹੜਾ ਉਹਨਾਂ ਨੇ ਕਿਹਾ ਕਿ ਬਰਤਾਂਤਕ ਵਾਰਤਕ। ਬਰਤਾਂਤਕ ਵਾਰਤਕ ਅਸਲ ਦੇ ਵਿੱਚ ਜਦੋਂ ਲੇਖਕ ਆ ਜਿਹੜਾ ਬਰਤਾਂਤ ਸਿਰਜਦਾ ਹੈ। ਵੈਸੇ ਤਾਂ ਬਰਤਾਂਤਕ ਵਾਰਤਕ ਨੂੰ ਅਸੀਂ ਹੁਣ ਗਲਪ ਦੇ ਵਿੱਚ ਮੰਨਦੇ ਹਾਂ ਕਿ ਉਹ ਨਾਵਲ ਆ ਜਾਂ ਕਹਾਣੀ ਆ ਜਾਂ ਮਿੰਨੀ ਕਹਾਣੀ ਆ, ਪਰ ਪੁਰਾਣੇ ਜਿਹੜੇ ਬੰਦੇ ਆ ਉਹਦੇ ਵਿੱਚ ਬਰਤਾਂਤ ਇਹ ਸਿਰਜਦੇ ਆ। ਲਲਿਤ ਨਿਬੰਧਾਂ ਦੇ ਵਿੱਚ ਕਈ ਵਾਰ ਲੰਮਾ ਬਰਤਾਂਤ ਆ ਜਾਂਦਾ ਕਿ ਵਿਅਕਤੀ ਇੱਕ ਕਹਾਣੀ ਸੁਣਾ ਦਿੰਦਾ, ਵਿਅਕਤੀ ਇੱਕ ਗੱਲ ਦੀ ਵਿਆਖਿਆ ਕਰ ਦਿੰਦਾ, ਤਾਂ ਉਹ ਬਰਤਾਂਤ ਬਣ ਜਾਂਦਾ। ਤੀਸਰੇ ਕਿਸਮ ਦੀ ਉਹਨਾਂ ਨੇ ਵਾਰਤਕ ਕਹੀ ਹੈ ਕਿ ਦਾਰਸ਼ਨਿਕ ਵਾਰਤਕ।
ਦਾਰਸ਼ਨਿਕ ਵਾਰਤਕ ਇਹ ਕਿ ਵੈਸੇ ਤਾਂ ਗਿਆਨਮਈ ਵਾਰਤਕ ਵੀ ਦਾਰਸ਼ਨਿਕ ਵਾਰਤਕ ਹੋ ਸਕਦੀ ਹੈ, ਪਰ ਇੱਥੇ ਉਹਨਾਂ ਦਾ ਸ਼ਾਇਦ ਵਿਸ਼ੇ ਦੇ ਅਨੁਸਾਰ ਭਾਵ ਇਹ ਆ ਕਿ ਜਿਹੜੇ ਦਰਸ਼ਨ ਦੇ ਪ੍ਰਸ਼ਨਾਂ ਨੂੰ ਹੱਲ ਕਰਦੀ ਆ, ਮੂਲ ਪ੍ਰਸ਼ਨ ਨੇ ਜਿਹੜੇ ਮਨੁੱਖੀ ਜ਼ਿੰਦਗੀ ਦੇ, ਕਿ ਮਨੁੱਖ ਕਿੱਥੋਂ ਆਇਆ, ਮਨੁੱਖ ਕਿੱਥੇ ਜਾਂਦਾ, ਮਨੁੱਖ ਮਰ ਕਿਉਂ ਜਾਂਦਾ, ਨੈਤਿਕ ਕਦਰਾਂ ਕੀਮਤਾਂ ਕੀ ਹੁੰਦੀਆਂ, ਮਨੁੱਖ ਨੂੰ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ, ਇਹ ਜਿਹੜੇ ਮਸਲੇ ਨੇ ਇਹਨਾਂ ਨੂੰ ਅਸੀਂ ਦਾਰਸ਼ਨਿਕ ਮਸਲੇ ਕਹਿੰਦੇ ਹਾਂ। ਅਤੇ ਉਹ ਦਾਰਸ਼ਨਿਕ ਮਸਲਿਆਂ ਬਾਰੇ ਵੀ ਵਾਰਤਕ ਹੈਗੀ ਆ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵਿਆਖਿਆਮਈ ਵਾਰਤਕ। ਵਿਆਖਿਆਮਈ ਵਾਰਤਕ ਉਹ ਵਾਰਤਕ ਕਿ ਜਿਹੜੀ ਵਿਆਖਿਆ ਕਰੇ। ਕਾਹਦੀ ਵਿਆਖਿਆ ਕਰੇ? ਚਾਹੇ ਕਵਿਤਾ ਦੀ ਵਿਆਖਿਆ ਕਰੇ, ਚਾਹੇ ਕਿਸੇ ਘਟਨਾ ਦੀ ਵਿਆਖਿਆ ਕਰੇ। ਤਾਂ ਜਦੋਂ ਅਖਬਾਰਾਂ ਦੇ ਵਿੱਚ ਲੇਖ ਛਪਦੇ ਨੇ ਤਾਂ ਉਹ ਵੀ ਇੱਕ ਵਿਆਖਿਆ ਕਰਦੇ ਨੇ, ਕਿਸੇ ਚੀਜ਼ ਨੂੰ ਖੋਲ੍ਹ ਕੇ ਦੱਸਦੇ ਨੇ। ਜਿੰਨੇ ਸਾਡੇ ਟੀਕੇ ਨੇ ਉਹ ਸਾਰੇ ਦੇ ਸਾਰੇ ਅਸਲ ਦੇ ਵਿੱਚ ਤਾਂ ਉਹ ਵਿਆਖਿਆ ਹੈਗੀ ਆ। ਵਿਆਖਿਆਮਈ ਵਾਰਤਕ ਤੋਂ ਬਾਅਦ ਉਹਨਾਂ ਨੇ ਇੱਕ ਕੋਟੀ ਬਣਾਈ ਹੈ ਇਤਿਹਾਸਕ ਵਾਰਤਕ ਦੀ, ਕਿ ਇਤਿਹਾਸਕ ਵਾਰਤਕ ਜਿਹੜੀ ਸਾਨੂੰ ਇਤਿਹਾਸਕ ਘਟਨਾਵਾਂ ਬਾਰੇ ਜਾਣਦੀ ਹੈ। ਵੈਸੇ ਤਾਂ ਇਹ ਇਤਿਹਾਸ ਹੈਗਾ ਲਿਖਿਆ ਹੋਇਆ, ਪਰ ਉਹ ਇਤਿਹਾਸਕ ਵਾਰਤਕ ਆ। ਜਦੋਂ ਅਸੀਂ ਕਿਹਾ ਜਾ ਸਕਦਾ ਹੈਗਾ ਕਿ ਭਾਈ ਵੀਰ ਸਿੰਘ ਦੀਆਂ ਕਿਤਾਬਾਂ ਪੜ੍ਹਦੇ ਹਾਂ ਤਾਂ ਉਹਨਾਂ ਵਿੱਚ ਇਤਿਹਾਸ ਵੀ ਹੈ। ਇਤਿਹਾਸ ਜਦੋਂ ਗੁਰੂ ਕਲਗੀਧਰ ਚਮਤਕਾਰ ਪੜ੍ਹਦੇ ਹਾਂ, ਜਾਂ ਗੁਰੂ ਨਾਨਕ ਚਮਤਕਾਰ ਪੜ੍ਹਦੇ ਹਾਂ, ਜਾਂ ਅਸ਼ਟਗੁਰੂ ਚਮਤਕਾਰ ਪੜ੍ਹਦੇ ਹਾਂ, ਤਾਂ ਉਹਨਾਂ ਵਿੱਚੋਂ ਇਤਿਹਾਸ ਵੀ ਸਾਨੂੰ ਪ੍ਰਾਪਤ ਹੁੰਦਾ ਹੈ। ਉਹਨੂੰ ਧਾਰਮਿਕ ਵਾਰਤਕ। ਧਾਰਮਿਕ ਵਾਰਤਕ ਕਿ ਨਾਮ ਕੀ ਆ, ਇਹਦੇ ਬਾਰੇ ਵਿਆਖਿਆ, ਜ਼ਿੰਦਗੀ ਕੀ ਆ, ਇਹਦੇ ਬਾਰੇ ਵਿਆਖਿਆ, ਸੇਵਾ ਦਾ ਕੀ ਸੰਕਲਪ ਆ, ਇਹ ਸਾਰਾ ਗੁਰਮਤਿ ਦੇ ਵਿੱਚ ਸੇਵਾ ਦਾ ਕੀ ਸੰਕਲਪ ਆ, ਗੀਤਾ ਦੇ ਵਿੱਚ ਮੁਕਤੀ ਦਾ ਕੀ ਸੰਕਲਪ ਆ, ਇਹ ਦਾਰਸ਼ਨਿਕ ਵੀ ਆ ਅਤੇ ਇਹਨੂੰ ਧਾਰਮਿਕ ਵਾਰਤਕ ਵੀ ਕਿਹਾ ਜਾ ਸਕਦਾ ਹੈ। ਹੁਣ ਇਹ ਜਿਹੜੀ ਮਨਮੋਹਨ ਕੇਸਰ ਜੀ ਨੇ ਵੰਡ ਕੀਤੀ ਹੈਗੀ ਆ, ਮੇਰੇ ਹਿਸਾਬ ਨਾਲ ਉਹਨਾਂ ਨੇ ਵੰਡ ਕਰਦਿਆਂ ਇੱਕ ਨਿਯਮ ਦੀ ਉਲੰਘਣਾ ਕਰਤੀ। ਉਹ ਨਿਯਮ ਇਹ ਹੁੰਦਾ ਹੈਗਾ ਕਿ ਜਦੋਂ ਕੋਈ ਤੁਸੀਂ ਵਰਗ ਬਣਾਓ ਤਾਂ ਉਹ ਵਰਗ ਦਾ ਜਿਹੜੀ ਚੀਜ਼, ਜਿਹੜੀ ਵਸਤ, ਜਿਹੜੀ ਵਿਧਾ, ਜਿਹੜਾ ਕਿਤਾਬ ਇੱਕ ਖਾਨੇ 'ਚ ਰੱਖੀ ਜਾ ਸਕੇ, ਉਹ ਦੂਜੇ 'ਚ ਨਾ ਰੱਖੀ ਜਾ ਸਕੇ। ਪਰ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਓਵਰਲੈਪਿੰਗ ਬਹੁਤ ਆ। ਇਹਦੇ ਵਿੱਚ ਬਹੁਤ ਸਾਰੀਆਂ ਜਿਹੀਆਂ ਲਿਖਤਾਂ ਹੋ ਸਕਦੀਆਂ ਕਿ ਜਿਹੜੀਆਂ ਧਾਰਮਿਕ ਵੀ ਹੋ ਸਕਦੀਆਂ ਅਤੇ ਇਤਿਹਾਸਕ ਵੀ ਹੋ ਸਕਦੀਆਂ। ਧਾਰਮਿਕ ਇਤਿਹਾਸਕ ਹੋਣ ਦੇ ਨਾਲ ਨਾਲ ਉਹਨਾਂ ਦੀ ਵਿਆਖਿਆ ਵੀ ਹੋ ਸਕਦੀ ਆ। ਤਾਂ ਸ਼ਾਇਦ ਉਹਨਾਂ ਨੇ ਜਿਹੜੀ ਵੰਡ ਕੀਤੀ ਆ, ਉਹਨਾਂ ਨੇ ਮੋਟੇ ਤੌਰ 'ਤੇ ਵੰਡ ਕਰਤੀ ਕਿ ਇੱਕ ਦਾਰਸ਼ਨਿਕ ਹੋ ਗਈ, ਇੱਕ ਇਤਿਹਾਸਕ ਹੋ ਗਈ, ਇੱਕ ਧਾਰਮਿਕ ਹੋ ਗਈ, ਇੱਕ ਕਿਹਾ ਜਾ ਸਕਦਾ ਹੈਗਾ ਕਿ ਗਿਆਨਮਈ ਹੋ ਗਈ, ਇੱਕ ਵਰਤਾਂਤਮਈ ਹੋ ਗਈ। ਚਲੋ ਇਹਨੂੰ ਤੁਸੀਂ ਸਮਝੋ, ਮੋਟੇ ਜਿਹੇ ਤੌਰ 'ਤੇ ਵੰਡੀ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਹੀ ਉਹਨਾਂ ਨੇ ਵਾਰਤਕ ਨੂੰ ਵੰਡਿਆ ਹੈਗਾ ਕਿ ਅਸੀਂ ਵਾਰਤਕ ਨੂੰ ਪੇਸ਼ਕਾਰੀ ਦੇ ਆਧਾਰ 'ਤੇ ਹੀ ਵੰਡ ਸਕਦੇ ਹਾਂ। ਕਿ ਉਹਨਾਂ ਨੇ ਕਿਹਾ ਕਾਵਕ ਵਾਰਤਕ, ਸ਼ੁੱਧ ਵਾਰਤਕ, ਕਾਵਕ ਵਾਰਤਕ, ਅਤੇ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਨਾਟਕੀ ਵਾਰਤਕ ਅਤੇ ਚੋਟਮਈ ਵਾਰਤਕ। ਹੁਣ ਫਿਰ ਕਾਵਕ ਵਾਰਤਕ, ਕਿ ਉਹ ਵਾਰਤਕ ਜਿਹਨੂੰ ਅਸੀਂ ਅੱਜ ਹੁਣ ਇਹ ਵੀ ਕਹਿ ਸਕਦੇ ਹਾਂ ਕਿ ਪ੍ਰੋਜ਼ਿਕ ਪੋਇਟਰੀ ਵੀ ਹੁੰਦੀ ਹੈ ਅਤੇ ਪੋਇਟਿਕ ਪ੍ਰੋਜ਼ ਵੀ ਹੁੰਦੀ ਹੈ। ਕਾਵਮਈ ਵਾਰਤਕ ਵੀ ਹੁੰਦੀ ਆ ਅਤੇ ਵਾਰਤਕ ਵੀ ਕਾਵਮਈ ਹੁੰਦੀ ਆ। ਜਦੋਂ ਅਸੀਂ ਪੂਰਨ ਸਿੰਘ ਨੂੰ ਪੜ੍ਹਦੇ ਹਾਂ ਤਾਂ ਕਈ ਵਾਕ ਆ ਜਿਹੜੇ ਉਹ ਕਵਿਤਾ ਵਰਗੇ ਹੁੰਦੇ ਆ। ਬਹੁਤ ਸਾਰੇ ਸਾਡੇ ਦੋਸਤ ਆ, ਉਹ ਜਦੋਂ ਵਾਰਤਕ ਲਿਖਦੇ ਆ ਤਾਂ ਉਹਨਾਂ ਵਿੱਚੋਂ ਕਵਿਤਾ ਵਰਗਾ ਆਨੰਦ ਆਉਂਦਾ, ਅਤੇ ਉਹ ਜਿਹਦੇ ਵਿੱਚ ਪ੍ਰਤੀਕਾਂ ਦੀ ਵਰਤੋਂ ਵਧੇਰੇ ਹੋਵੇ, ਜਿਹਦੇ ਵਿੱਚ ਭਾਵਨਾ, ਜਿਹਦੇ ਵਿੱਚ ਜਜ਼ਬਾ, ਜਿਹਦੇ ਵਿੱਚ ਕਲਪਨਾ ਜ਼ਿਆਦਾ ਹੋਵੇ, ਇੱਕ ਵਹਾਅ ਦੇ ਵਿੱਚ ਲਿਖੀ ਵੀ ਹੋਵੇ, ਤਾਂ ਉਹਨੂੰ ਅਸੀਂ ਕਾਵਮਈ ਵਾਰਤਕ ਕਹਿ ਸਕਦੇ ਹਾਂ। ਸ਼ੁੱਧ ਵਾਰਤਕ ਕਿ ਜਿਹੜੀ ਸ਼ੁੱਧ, ਜਿਹਦਾ ਮੰਤਵ ਹੀ ਸਿਰਫ ਗਿਆਨ ਦੀ ਸਿਰਜਣਾ ਹੋਵੇ, ਉਹ ਸਪਸ਼ਟ ਹੋਵੇ, ਤਾਂ ਉਹਨੂੰ ਅਸੀਂ ਕਿਹਾ ਜਾ ਸਕਦਾ ਹੈ ਕਿ ਇਹ ਸ਼ੁੱਧ ਵਾਰਤਕ ਆ। ਇਹਦੇ ਨਾਲ ਚੋਟਮਈ ਵਾਰਤਕ ਨੂੰ ਸ਼ਾਇਦ ਹੁਣ ਅਸੀਂ ਹਾਸ, ਵਿਅੰਗ, ਹਾਸ ਰਸ ਜਾਂ ਵਿਅੰਗਮਈ ਵਾਰਤਕ ਜਾਂ ਵਿਅੰਗ ਦੇ ਵਿੱਚ ਰੱਖਦੇ ਹਾਂ। ਵਿਅੰਗਮਈ ਵਾਰਤਕ ਤੁਸੀਂ ਅਕਸਰ ਹੀ ਅਖਬਾਰਾਂ ਦੇ ਵਿੱਚ ਬਹੁਤ ਸਾਰੇ ਵਿਅੰਗ ਲੇਖ ਪੜ੍ਹਦੇ ਹੋਵੋਗੇ, ਤਾਂ ਉਹ ਵਿਅੰਗਮਈ ਵਾਰਤਕ ਹੈਗੀ। ਤਾਂ ਵਿਅੰਗਮਈ ਵਾਰਤਕ ਦੇ ਨਾਲ ਨਾਲ ਹੀ ਉਹਨਾਂ ਨੇ ਇਹ ਕੁਝ ਵੰਡੀਆਂ ਕੀਤੀਆਂ ਕਿ ਲਿਖਣ ਦੇ ਸਟਾਈਲ ਅਨੁਸਾਰ, ਉਵੇਂ ਉਹਨਾਂ ਨੇ ਪੇਸ਼ਕਾਰੀ ਦੇ ਹਿਸਾਬ ਨਾਲ ਕਿਹਾ ਕਿ ਨਾਟਕੀ ਵਾਰਤਕ ਵੀ ਹੋ ਸਕਦੀ ਹੈ। ਨਾਟਕੀ ਵਾਰਤਕ ਦੇ ਵਿੱਚ ਵੀ ਨਾਟਕੀ ਰੂਪ ਹੋ ਸਕਦਾ ਅਤੇ ਨਾਟਕ ਵੀ ਵਾਰਤਕ 'ਚ ਹੋ ਸਕਦਾ। ਨਾਟਕ ਪੰਜਾਬੀ ਦੇ ਤਾਂ ਬਹੁਤੇ ਵਾਰਤਕ ਜੇ ਨਾਟਕ ਨੇ, ਕਵਿਤਾ ਦੇ ਵਿੱਚ ਤਾਂ ਨਾਟਕ ਬਹੁਤ ਘੱਟ ਨੇ। ਤਾਂ ਇਹ ਵੀ ਉਹਨਾਂ ਨੇ ਇੱਕ ਵੰਡ ਕੀਤੀ ਆ।
ਇਸੇ ਤਰ੍ਹਾਂ ਉਹਨਾਂ ਨੇ ਆਦੇਸ਼ ਦੇ ਅਨੁਸਾਰ ਵੀ ਕੀਤੀ ਹੈ ਕਿ ਆਖਰ ਵਿਅਕਤੀ ਦਾ ਲਿਖਣ ਦਾ ਆਦੇਸ਼ ਕੀ ਹੈ। ਤਾਂ ਉਹਨਾਂ ਨੇ ਕਿਹਾ ਕਿ ਮਨੋਰੰਜਨ ਪੈਦਾ ਕਰਨਾ, ਇਹ ਵੀ ਵਾਰਤਕ ਦਾ ਇੱਕ ਕਾਰਨ ਹੋ ਸਕਦਾ। ਉਪਦੇਸ਼ ਦੇਣਾ, ਕਿਸੇ ਨੂੰ ਗਿਆਨ ਦੇਣਾ, ਇਸੇ ਤਰ੍ਹਾਂ ਹੀ ਪ੍ਰਚਾਰ ਕਰਨਾ, ਕਹਿੰਦੇ ਇਹ ਵੀ ਇੱਕ ਹੋ ਸਕਦਾ ਹੈ। ਅਤੇ ਸੁਧਾਰ ਕਰਨਾ, ਹੁਣ ਇੱਥੇ ਫੇਰ ਕਿ ਜਿਹੜਾ ਪ੍ਰਚਾਰ ਕਰੂਗਾ ਸੁਧਾਰ ਵੀ ਕਰ ਸਕਦਾ, ਜਿਹੜਾ ਸੁਧਾਰ ਕਰਨਾ ਉਹ ਪ੍ਰਚਾਰ ਵੀ ਕਰ ਸਕਦਾ। ਪਰ ਉਹਨਾਂ ਨੇ 4 ਕੋਟੀਆਂ ਬਣਾਤੀਆਂ। ਸੁਧਾਰ ਵਾਲੀ ਵਾਰਤਕ, ਭਰੂਣ ਹੱਤਿਆ ਨਾ ਕਰੋ, ਇਹਦੇ ਬਾਰੇ ਜਿਹੜੇ ਲੇਖ ਮਿਲਦੇ ਨੇ, ਔਰਤਾਂ ਦਾ ਸਤਿਕਾਰ ਕਰੋ, ਕਿ ਇਹ ਸੁਧਾਰ ਵਾਲੇ ਆ। ਮੰਨ ਲਓ ਆਪਾਂ ਉਦਾਹਰਨ ਲੈ ਸਕਦੇ ਹਾਂ ਕਿ ਇਹ ਹੈਗੇ ਆ ਸੁਧਾਰਨ ਵਾਲੇ ਆ। ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਕੁਝ ਜਿਹੜੇ ਵਾਰਤਕ ਹੈਗੇ ਆ ਉਹ ਸੁਧਾਰ ਦੀ ਬਜਾਏ ਉਹਨਾਂ ਨੇ ਉਹਦਾ ਆਦੇਸ਼ ਮਿੱਥਤਾ ਕਿ ਉਹਨਾਂ ਦਾ ਆਦੇਸ਼ ਪ੍ਰਚਾਰ ਕਰਨਾ ਹੈ। ਜਿਵੇਂ ਪ੍ਰਚਾਰ ਕੀਤਾ ਜਾਂਦਾ, ਪਾਰਟੀਆਂ ਪ੍ਰਚਾਰ ਕਰਦੀਆਂ, ਧਰਮ ਦਾ ਪ੍ਰਚਾਰ ਕਰਦੇ ਆ ਕਿ ਸਿੱਖੀ ਕਿਉਂ ਅਪਣਾਈਏ, ਸਿੱਖੀ ਦੇ ਵਿੱਚ ਕੇਸਾਂ ਦੀ ਮਹੱਤਤਾ, ਜਾਂ ਅੰਮ੍ਰਿਤਪਾਨ ਕਿਉਂ ਕਰੀਏ, ਜਾਂ ਅੰਮ੍ਰਿਤਪਾਨ ਦੀ ਮਹੱਤਤਾ ਵਗੈਰਾ ਵਗੈਰਾ ਵਗੈਰਾ, ਇਸ ਕਿਸਮ ਦਾ ਪ੍ਰਚਾਰ ਵੀ ਹੁੰਦਾ ਹੈਗਾ। ਜਾਂ ਲੋਕਤੰਤਰ ਕਿਉਂ ਜ਼ਰੂਰੀ ਹੈ, ਤਾਂ ਇਹ ਵੀ ਇੱਕ ਤਰ੍ਹਾਂ ਦਾ ਪ੍ਰਚਾਰ ਆ। ਇਸੇ ਤਰ੍ਹਾਂ ਦੇ ਨਾਲ ਨਾਲ ਹੀ, ਪ੍ਰਚਾਰ ਦੇ ਨਾਲ ਨਾਲ ਹੀ ਸਾਡੇ ਕੋਲ ਜਿਹੜਾ ਆਦੇਸ਼ ਆ ਉਹ ਸ਼ੁੱਧ ਮਨੋਰੰਜਨ ਪੈਦਾ ਕਰਨਾ ਵੀ ਹੋ ਸਕਦਾ ਹੈ ਕਿ ਸਿਰਫ ਤੁਸੀਂ ਚੀਜ਼ ਕਿਸੇ ਬਾਰੇ ਗਿਆਨ ਦੇ ਸਕਦੇ ਹੋ। ਤਾਂ ਦੇਖੋ, ਮਨਮੋਹਨ ਕੇਸਰ ਜੀ ਦਾ ਜਿਹੜਾ ਇਹ ਲੇਖ ਆ, ਇਹ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਕਿਹਾ ਹੈ ਕਿ ਮੁੱਢਲੇ ਦੌਰ ਦਾ ਲੇਖ ਆ, ਪਰ ਇਹ ਸਾਨੂੰ ਵਾਰਤਕ ਬਾਰੇ ਇੱਕ ਵੱਡਾ ਪ੍ਰਸੰਗ ਬਣਾ ਕੇ ਦਿੰਦਾ ਹੈ ਕਿ ਵਾਰਤਕ ਅਤੇ ਕਵਿਤਾ 'ਚ ਕੀ ਫਰਕ ਆ, ਵਾਰਤਕ ਦੇ ਕਿਹੜੇ ਕਿਹੜੇ ਤੱਤ ਨੇ, ਅਤੇ ਵਾਰਤਕ ਦੀ ਜੇ ਅਸੀਂ ਵੰਡ ਕਰਨੀ ਹੋਵੇ ਤਾਂ ਉਹ ਵਿਸ਼ੇ ਅਨੁਸਾਰ ਕਿਵੇਂ ਵੰਡ ਕੀਤੀ ਜਾ ਸਕਦੀ ਆ, ਪੇਸ਼ਕਾਰੀ ਅਨੁਸਾਰ ਕਿਵੇਂ ਵੰਡ ਕੀਤੀ ਜਾ ਸਕਦੀ ਆ, ਆਦੇਸ਼ ਅਨੁਸਾਰ ਕਿਵੇਂ ਵੰਡ ਕੀਤੀ ਜਾ ਸਕਦੀ ਆ। ਅੱਜ ਜਦੋਂ ਅਸੀਂ ਵਾਰਤਕ ਦੇ ਨਵੇਂ ਅੱਗੇ ਜਾ ਕੇ ਨਵੇਂ ਆਲੋਚਕਾਂ ਨੂੰ ਪੜ੍ਹਾਂਗੇ ਤਾਂ ਸਾਨੂੰ ਕਈ ਗੱਲਾਂ ਲੱਗਣਗੀਆਂ ਕਿ ਇਸ ਲੇਖ ਵਿੱਚ ਗਲਤ ਨੇ, ਪਰ ਇਹ ਤੁਹਾਡੇ ਸਿਲੇਬਸ ਵਿੱਚ ਇਸ ਕਰਕੇ ਇਹ ਲੇਖ ਲਾਏ ਜਾਂਦੇ ਆ ਤਾਂ ਕਿ ਤੁਸੀਂ ਪੰਜਾਬੀ ਆਲੋਚਨਾ ਦੇ ਇੱਕ ਇਤਿਹਾਸਕ ਕ੍ਰਮ ਨੂੰ ਦੇਖ ਸਕੋ ਕਿ ਵਾਰਤਕ ਨੂੰ ਕਿਸ ਤਰ੍ਹਾਂ ਹੁਣ ਤੱਕ ਸਾਡਾ ਕਿਵੇਂ ਕਿਵੇਂ ਰਵੱਈਆ ਬਦਲਿਆ, ਕਿਵੇਂ ਕਿਵੇਂ ਅਸੀਂ ਨਵੇਂ ਸਿਧਾਂਤ ਕੱਢੇ ਨੇ, ਕਿਵੇਂ ਕਿਵੇਂ ਅਸੀਂ ਨਵੇਂ ਮਾਪਦੰਡਾਂ ਦੇ ਉੱਤੇ ਹੁਣ ਵਾਰਤਕ ਨੂੰ ਪਰਖਣ ਲੱਗੇ ਹਾਂ। ਇਹ ਜਿਹੜੀ ਕਿਤਾਬ ਆ ਵਾਰਤਕ ਸਿਧਾਂਤ, ਇਹ ਕਿਤਾਬ ਜਿਹੜੀ ਵਾਰਤਕ ਸਿਧਾਂਤ ਆ, ਇਹ ਬੁਨਿਆਦੀ ਤੌਰ 'ਤੇ ਹੀ ਤੁਹਾਨੂੰ ਇਸ ਕਰਕੇ ਪੜ੍ਹਾਈ ਜਾਂਦੀ ਆ ਕਿ ਜੇ ਤੁਸੀਂ ਵਾਰਤਕ ਦਾ ਮੁਲਾਂਕਣ ਕਰਨਾ ਤਾਂ ਉਹ ਮੁਲਾਂਕਣ ਕਰਨ ਲਈ ਤੁਹਾਡੇ ਕੋਲ ਕੋਈ ਆਧਾਰ ਹੋਵੇ ਕਿ ਇਹਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਊਗਾ ਕਿ ਵਾਰਤਕ ਕੀ ਆ, ਵਾਰਤਕ ਦੀ ਪਰਿਭਾਸ਼ਾ ਕੀ ਆ, ਵਾਰਤਕ ਦੇ ਤੱਤ ਕਿਹੜੇ ਨੇ, ਵਾਰਤਕ ਸ਼ੈਲੀ ਕੀ ਹੁੰਦੀ ਆ, ਚੰਗੀ ਸ਼ੈਲੀ ਦੇ ਕੀ ਲੱਛਣ ਨੇ, ਪੰਜਾਬੀ 'ਚ ਕਿਹੜੀਆਂ ਕਿਹੜੀਆਂ ਵਾਰਤਕ ਵੰਨਗੀਆਂ ਮੱਧ ਕਾਲ ਦੀਆਂ ਮਿਲਦੀਆਂ, ਕਿਹੜੀਆਂ ਕਿਹੜੀਆਂ ਵਾਰਤਕ ਵੰਨਗੀਆਂ ਆਧੁਨਿਕ ਕਾਲ ਦੀਆਂ ਮਿਲਦੀਆਂ। ਕਿਸੇ ਵੰਨਗੀ ਨੂੰ ਪਰਖਣ ਦੇ ਲਈ ਕੀ ਸਾਰੀ ਵਾਰਤਕ ਦੇ ਉੱਤੇ ਇੱਕੋ ਨਿਯਮ ਲਾਗੂ ਕੀਤਾ ਜਾ ਸਕਦਾ ਹੈ, ਜਾਂ ਵੱਖ-ਵੱਖ ਜਿਹੜੀਆਂ ਵਾਰਤਕ ਵਿਧਾਵਾਂ ਨੇ ਉਹਨਾਂ ਦੇ ਲਈ ਸਾਨੂੰ ਵੱਖਰੇ ਵੱਖਰੇ ਮਾਪਦੰਡ ਚਾਹੀਦੇ ਆ ਕਿ ਜਿਸ ਮਾਪਦੰਡ ਉੱਤੇ ਅਸੀਂ ਸਫਲਨਾਮਾ ਪਰਖਣਾ ਉਸ ਉੱਤੇ ਲੇਖ ਨਹੀਂ ਪਰਖ ਸਕਦੇ, ਜਿਸ ਉੱਤੇ ਅਸੀਂ ਜੀਵਨੀ ਨੂੰ ਪਰਖਣਾ ਉਹਦੇ ਉੱਤੇ ਅਸੀਂ ਸਵੈ ਜੀਵਨੀ ਨੂੰ ਨਹੀਂ ਪਰਖ ਸਕਦੇ, ਜਿਸ ਮਾਪਦੰਡ 'ਤੇ ਅਸੀਂ ਸਵੈ ਜੀਵਨੀ ਪਰਖਣੀ ਆ ਉਸ ਉੱਤੇ ਅਸੀਂ ਲਲਿਤ ਨਿਬੰਧ ਨੂੰ ਨਹੀਂ ਪਰਖ ਸਕਦੇ।